ਰਿਕਾਰਡਿੰਗ ਅੱਜ ਤੱਕ ਨਹੀਂ ਕੀਤੀ, ਨਾ ਮੈਂ ਕਰਾਈ ਹੈ। ਜਦੋਂ ਖਾਸ ਕਰ ਇੰਟਰਵਿਊ, ਸਵਾਲ ਜਵਾਬ, ਉਹ ਗੱਲ ਇੱਕ ਅਲੱਗ ਹੈ। ਹਾਂਜੀ ਲੇਕਿਨ ਬਾਕੀ ਮੈਂ ਕਦੀ ਕੋਈ ਕੀਤਾ ਨਹੀਂ। ਇਹ ਹੋਇਆ ਸੱਚ ਇਸ ਤਰ੍ਹਾਂ ਹੈ ਕਿ ਇੱਕ ਯੂਟਿਊਬਰ ਆ ਗਿਆ ਮੇਰੇ ਕੋਲ ਇੰਟਰਵਿਊ ਲੈਣ, ਹਾਂਜੀ ਅਚਾਨਕ ਹੀ। ਹਾਂਜੀ ਇਹਨਾਂ ਨੂੰ ਤੁਹਾਨੂੰ ਪਤਾ, ਇਹ ਬੰਦੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਸਵਾਲ ਕਰਦੇ ਵੀ ਬੜੇ ਅਜੀਬ ਨੇ। ਜੇ ਇਹਨਾਂ ਦੇ ਅੱਗੋਂ ਨੱਸੋ ਤੇ ਫਿਰ ਹੋਰ ਜ਼ਿਆਦਾ ਕਰਦੇ ਨੇ ਕਿ ਯਾਰ 2 ਨੰਬਰ ਬੰਦਾ ਇਸ ਤਰ੍ਹਾਂ ਨੱਸ ਗਿਆ। ਜੀ ਇੰਟਰਵਿਊ ਲੈਂਦਾ, ਇਸੇ ਦੌਰਾਨ ਹੀ ਇੱਕ ਲੜਕੀ ਨੂੰ ਲੈ ਆਂਦਾ ਉਹਨਾਂ ਨੇ, ਉਹਦੇ ਤੇ ਚਿੰਨ ਮੁਸਲਸ ਸੀ, ਚੀਖੋ ਚਲਾਉਣ ਸੀ। ਮੈਂ ਉਹਦੀ ਨਾ ਉਂਗਲ ਫੜ ਲਈ, ਕਿਉਂਕਿ ਮੁਆਲਿਜ ਦੀ ਮਜਬੂਰੀ ਹੁੰਦੀ ਹੈ ਮਰੀਜ਼ ਦੀ ਕੋਈ ਨਾ ਕੋਈ ਚੀਜ਼ ਪਕੜਨਾ, ਵਗਰਨਾ ਇਹ ਸ਼ਰੀਰ ਜਿੰਨਾ ਜਿਹੜੇ ਨੇ ਦੌੜ ਜਾਂਦੇ ਨੇ। ਅਰਜ਼ੇਵੇ ਤੈਨੂੰ ਇਹ ਤੁਹਾਡਾ ਜਿਹੜਾ ਉਜ਼ਰ ਹੈ ਨਾ, ਇਹ ਦਰੁਸਤ ਨਹੀਂ। ਸਲਫ ਸਾਲਹੀਨ ਨੇ ਜਿਨ੍ਹਾਂ ਨੇ ਜਿन्नात ਦਾ ਇਲਾਜ ਕੀਤਾ, ਉਹਨਾਂ ਕਿਸੇ ਵੀ ਗੈਰ ਮਹਰਮ ਦਾ ਹੱਥ ਨਹੀਂ ਫੜਿਆ। ਨਹੀਂ, ਇਹ ਗੱਲ ਦੇਖੋ ਨਾ, ਪਹਿਲੀ ਗੱਲ ਤੇ ਕਿ ਸਲਫ ਸਾਲਹੀਨ ਨੇ ਜਿਹੜਾ ਇਲਾਜ ਕੀਤਾ ਨੇ, ਉਹਨਾਂ ਫੜਨ ਨਾ ਫੜਨ ਦਾ ਜ਼ਿਕਰ ਹੈ, ਨਾ ਨਹੀਂ ਫੜਨ ਦਾ ਜ਼ਿਕਰ ਹੈ। ਚੀਮਾ ਸਾਹਿਬ, ਜੀ ਇਸਲਾਮ ਦੇ ਜਿਹੜੇ ਉਸੂਲੇ ਹਯਾ ਨੇ, ਇਸਲਾਮ ਦੇ ਜਿਹੜੇ ਉਸੂਲੇ ਹਯਾ ਨੇ, ਉਹਨਾਂ ਵੇਖੋ, ਤੁਸੀਂ ਮੇਰੇ ਭਾਈ ਹੋ, ਅਸੀਂ ਜਿੰਨ ਛੱਡ ਕੇ ਹਰ ਸ਼ੈ ਕੁਰਬਾਨ ਕਰ ਦਿਆਂਗੇ ਉਹਨਾਂ ਹੁਕਮਾਂ ਤੋਂ। ਤੇ ਠੀਕ ਹੋ ਤੁਸੀਂ ਵੇਖੋ ਹਾਂ, ਇਹ ਮੈਂ ਸਮਝਣਾ ਕਿ ਸਾਡੀਆਂ ਔਰਤਾਂ ਦੇ ਆਪਰੇਸ਼ਨ ਵੀ ਡਾਕਟਰ ਕਰਦੇ ਨੇ, ਇਹਨਾਂ ਗੱਲਾਂ ਦੇ ਜਵਾਬ ਹੈ ਨੇ। ਮੈਂ ਸਹੀ ਤੁਹਾਡੀ ਵਕਾਲਤ ਵੀ ਕਰਨਾ, ਜੀ ਲੇਕਿਨ ਇਹ ਚੀਜ਼ ਇੰਨੀ ਕੁ ਦਾਗਦਾਰ ਤੇ ਬੁਰੀ ਤੇ ਮਾਯੂਬ ਹੈ ਕਿ ਇਹ ਤੇ ਮਾਯੂਬ ਤੇ ਹੈ, ਉਲਮਾ ਦੇ ਬਾਰੇ ਤੇ ਮਾਯੂਬ, ਇਹ ਮੈਂ ਮੰਨਣਾ ਹੈ, ਇਸ ਹਾਂ ਗੱਲ ਦਾ ਮੈਂ ਇਨਕਾਰ ਨਹੀਂ ਕਰਦਾ। ਹਾਂਜੀ। ਲੇਕਿਨ ਬਾਅਦ ਦਫਾ ਐਸੀਆਂ ਮੈਂ ਮਜਬੂਰ, ਫਿਰ ਮੈਂ ਕੱਪੜਾ ਦੇਖੋ, ਰੱਖਿਆ ਉਹਦੇ ਹੱਥ ਤੇ। ਮੇਰੀ ਗੱਲ ਸੁਣੋ ਯਾਰ, ਮੇਰੀ ਗੱਲ ਸੁਣੋ, ਹਾਂਜੀ ਇਮਾਨਦਾਰ ਨਾਲ ਦੱਸਿਆ ਜੇ, ਮੈਂ ਤੁਹਾਡਾ ਖੈਰ ਖਾਵਾਂ ਕਿ ਨਹੀਂ? ਹਾਂਜੀ, ਮੈਂ ਮੰਨਣਾ। ਤੁਹਾਨੂੰ ਕਿਸੇ ਨੇ ਫੋਨ ਕਰਕੇ ਤੁਹਾਡਾ ਤਰਲਾ ਨਹੀਂ ਲਿਆ ਹੋਣਾ, ਮੈਂ ਤੁਹਾਡਾ ਤਰਲਾ ਲੈਣਾ। ਮੈਨੂੰ ਤੁਸੀਂ ਛੋਟਾ ਭਾਈ ਅੱਜ ਮੈਨੂੰ ਨਾ ਸ਼ਾਹ ਸਾਹਿਬ ਨੇ ਦੱਸਿਆ ਕਿ ਕਿਧਰੇ ਪ੍ਰੋਗਰਾਮ ਤੇ ਇਹਨਾਂ ਦਾ ਚੇਲਾ ਸੀ, ਉਹਦੇ ਵਿੱਚ ਹਾਜ਼ਰੀ ਹੋ ਗਈ ਹੈ ਜੀ, ਹਾਜ਼ਰੀ ਹੋ ਗਈ ਹੈ। ਮੈਂ ਮੇਰੀ ਚੰਦ ਜੀ ਗੱਲਾਂ ਸੁਣ ਲਓ, ਫਿਰ ਤੁਸੀਂ ਸਹੀ ਮੇਰੇ ਵੱਡੇ ਹੋ, ਤੁਹਾਡੀ ਗੱਲ ਸੁਣਾਂਗਾ। ਜੀ ਜੀ ਜ਼ਰੀਆ ਮਾਸ਼ ਵਾਸਤੇ ਤੁਸੀਂ ਇਹਨੂੰ ਇਖਤਿਆਰ ਕੀਤਾ ਹੈ, ਲੇਕਿਨ ਇਹਨੂੰ ਆਪਣੀਆਂ ਤਕਰੀਰਾਤ ਦਾ ਮੌਜੂ ਨਾ ਬਣਾਓ, ਨੰਬਰ 1। ਨੰਬਰ 2, ਕਿਧਰੇ ਵੀ ਨਾ ਜਾਓ, ਕਿਸੇ ਦੇ ਘਰ ਨਾ ਜਾਓ, ਆਪਣੀ ਜਗ੍ਹਾ ਦੇ ਉੱਤੇ ਇਲਾਜ ਕਰੋ। ਇਲਾਜ ਬਿਲ ਕੁਰਾਨ, ਇਲਾਜ ਬਿ ਸੁन्नत, ਤੇ ਰਿਕਾਰਡਿੰਗ ਨਾ ਕਰੋ, ਨਾ ਰਿਕਾਰਡਿੰਗ ਕਰਨ ਦਿਓ, ਠੀਕ ਹੈ? ਤੇ ਇਹ ਮੇਰੀ ਗੁਜ਼ਾਰਿਸ਼, ਹੁਣ ਤੁਸੀਂ ਫਰਮਾਓ। अस्सलामु अलैकुम। आपने जनाब ऑडियो सुनी मौलाना उमर सिद्दीक़ साहब और जनाब नवाज़ चीमा साहब के माबैन जो गुफ्तगू है, तो ये असल में नवाज़ चीमा साहब जो हैं वो अहले हदीसों में, इन्होंने जो है वो मतलब तवीज़ धागा और जादू टूने का तोड़, मतलब नूरी इलम से काट वगैरह, ये काम जो है इन्होंने शुरू किया। तो मौलाना उमर सिद्दीक़ साहब अहले हदीस के बड़े अच्छे मतलब मुनाज़िर हैं। तो वो उनको कॉल करके कह रहे हैं कि ये आप जो है वो मतलब ये आपने क्या काम शुरू कर दिया है, ठीक है? तो इस तरह गैर महरम का हाथ पकड़ के तो उसके जिन्नात निकालना, ये वो तो मतलब शरीयत में इसकी इजाज़त नहीं है। तो नवाज़ चीमा साहब जो है वो उसको जस्टिफाई करने की कोशिश कर रहे हैं। ये हकीकत है, ये आगे आप ऑडियो सुनेंगे कि ये उमर जो सिद्दीक़ साहब हैं वो नवाज़ चीमा साहब को ये कह रहे हैं कि आपने ये ज़रिए माश के लिए ये काम स्टार्ट किया है, तो इसकी मतलब तशहीर ना करें, वीडियो ना बनाएं और किसी को वीडियो ना बनाने दें। मतलब कहने का मकसद ये है कि इससे जो है वो हमारा मसलक जो है वो बदनाम होता है। मतलब अंडर द टेबल जो है ना, जड़ा मर्ज़ी काम मतलब खिंची रखो। तो मेरा उमर सिद्दीक़ साहब से ये सवाल है, क्वेश्चन है कि क्या ज़रिए माश बनाना, इस काम को वो जायज़ है शरीयत में? मतलब दुखी लोगों को, पहले ही किसी को मतलब कोई मर्ज़ होता है या कोई वैसे कोई मेडिकल कंडीशन होती है, हालात से तंग होते हैं, मतलब वो किसी अच्छे डॉक्टर को नहीं दिखा सकते, क्योंकि तकरीबन 90% से ज़्यादा जो है वो मेडिकल प्रॉब्लम होती हैं। लेकिन ये तवीज़ धागा करने वाले जो हैं वो उसको जिन्नात और मतलब बंदिश, ये वो नाम देके तो उनसे जो है वो पैसे बटोरते हैं। तो क्या ये किसी दुखी इंसान को जो है वो लूटना जायज़ है?
میرا نہیں خیال کہ عمر صدیق صاحب کہیں گے کہ جائز ہے. تو پھر آپ نے یہ کیوں کہا کہ آپ جو ہے وہ اس کو ذریعہ معاش بنایا ہوا ہے تو جناب اس کو جو ہے مطلب جاری رکھو, لیکن لمیٹڈ تک اس کی ویڈیو نہ بنانے دو, اس کی تشہیر نہ کرو, تقریروں کا جو ہے وہ موضوع نہ بناؤ. تو یہ بھی حقیقت ہے کہ ذریعہ معاش میرے گوجرانوالہ شہر میں جو سب سے بڑا ایک مولوی صاحب تھے وہ اہل حدیث تھے, بڑا مال بنایا انہوں نے. نام میں اس لیے نہیں لے رہا کہ ان کا بیٹا جو ہے وہ میرا کالج فیلو تھا, تو اکثر بلکہ ہم پروفیسر سلیم غوری صاحب کے پاس جو ہے وہ میتھ پڑھتے تھے, تو اکثر پروفیسر صاحب بھی کہتے تھے کہ مطلب ہے تسی بھابی ہو انیاں داڑیاں رکھ چھڑیاں نے, لیکن مال بنانا سے جڑا تویز تیرا ابا جڑا نا وہ لکھی جاندہ ہے. تو مال کے لیے جو ہے وہ بہت سے اہل حدیث بھی جو ہے وہ یہ کام کرتے ہیں. تو آپ کو یہ ایک اویئرنیس دینا ایک مقصد تھا کہ مطلب خود کرتے ہیں تو جائز ہے, کوئی دھور کرے تو ناجائز ہے. تو میں یہ کہتا ہوں کوئی بھی کرے یہ بالکل ناجائز ہے کہ اس کو ذریعہ معاش بنانا. اگر خدمت مخلوق کی خدمت, اگر آپ کے پاس اللہ تعالیٰ نے کوئی آپ کو علم دیا ہوا ہے اور آپ کی زبان میں کوئی تاثیر ہے کہ قرآن جو ہے وہ بالکل اثرات رکھتا ہے, میرا یہ ایمان ہے, لیکن اس کے لیے وہ زبان چاہیے کہ جس میں تاثیر ہو, جو قرآن پڑھے, کیونکہ قرآن خود کہتا ہے کہ ما ہوا شفاء و رحمۃ للعالمین, کہ قرآن جو ہے وہ ایک شفا ہے اور رحمت ہے عالمین کے لیے. تو بلا شبہ قرآن میں شفا ہے, لیکن وہ شفا جو ہے وہ مفت میں جو ہے وہ دینی چاہیے. اللہ تعالیٰ میرا اور آپ کا ہم سب کا حامی و ناصر ہو.